ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਦੇ ਸ਼ੋਅ ਦੇ ਵਿੱਚ ਪੀਟੀਈ ਨਾਲ ਜੁੜਿਆ ਇੱਕ ਬੜਾ ਇੰਪੋਰਟੈਂਟ ਮਸਲਾ ਡਿਸਕਸ ਕਰਾਂਗੇ ਸਟੂਡੈਂਟਸ ਵਾਸਤੇ, ਕਿਉਂਕਿ ਸਟੂਡੈਂਟ ਦੇ ਬਹੁਤ ਸਾਰੇ ਸਵਾਲ ਇਸ ਸਬਜੈਕਟ ਤੇ ਸਾਨੂੰ ਮਿਲ ਰਹੇ ਨੇ ਜਿਨ੍ਹਾਂ ਨੇ ਪੀਟੀਈ ਕੀਤੀ ਹੈ ਤੇ ਜਿਨ੍ਹਾਂ ਦਾ ਗੈਪ ਹੈ। ਕੈਨੇਡਾ ਤੋਂ ਉਹਨਾਂ ਨੂੰ ਰਿਫਿਊਜ਼ਲਸ ਬਹੁਤ ਜ਼ਿਆਦਾ ਆ ਰਹੇ ਨੇ, ਨਾਰਮਲ ਨਾਲੋਂ ਜ਼ਿਆਦਾ ਰਿਫਿਊਜ਼ਲ ਦੇਖਣ ਨੂੰ ਮਿਲ ਰਹੇ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ, ਪਹਿਲਾ ਤਾਂ ਇਹ ਕਿ ਇਹਦਾ ਰੀਜ਼ਨ ਕੀ ਹੈ, ਦੂਸਰਾ ਸਟੂਡੈਂਟ ਇਸ ਤੋਂ ਬਚਣ ਵਾਸਤੇ ਕੀ ਕਰਨ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਸਾਡੇ ਅੱਜ ਦੇ ਗੈਸਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਪੀਟੀਈ ਤੇ ਗੈਪ ਦੋਨੋਂ ਮਿਲ ਕੇ ਕੀ ਇੱਕ ਨੈਗੇਟਿਵ ਇੰਪੈਕਟ ਬਣਾਉਂਦੇ ਨੇ? ਦੇਖੋ ਦੀਪਕ ਜੀ, ਕੈਨੇਡਾ ਦੇ ਐਪਲੀਕੇਸ਼ਨ ਪ੍ਰੋਸੈਸ ਨੂੰ, ਵੀਜ਼ਾ ਪ੍ਰੋਸੈਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਟੂਡੈਂਟ ਮੋਸਟਲੀ ਇੱਥੇ ਗਲਤੀ ਕੀ ਕਰਦਾ ਹੈ ਕਿ ਉਹ ਆਫਰ ਲੈਟਰ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ, ਉਹ ਵੀਜ਼ਾ ਨੂੰ ਇੰਪੋਰਟੈਂਸ ਨਹੀਂ ਦਿੰਦਾ। ਇਹ ਇੱਕ ਸੱਚਾਈ ਹੈ, ਇਹ ਇੱਕ ਟਰੁੱਥ ਹੈ ਕੈਨੇਡਾ ਜਾਣ ਵਾਲੇ ਸਟੂਡੈਂਟ ਦੇ ਲਈ। ਕਿਉਂਕਿ ਉਹ ਕਹਿੰਦਾ ਵੀ ਕੈਨੇਡਾ ਦਾ ਵੀਜ਼ਾ ਆ ਹੀ ਜਾਣਾ, ਕਿਉਂਕਿ ਉਹਦੇ ਵਿੱਚ ਨਾ ਬਹੁਤ ਮਿਸਕਨਸੈਪਸ਼ਨ ਜਿਹੜੀ ਹੈ ਜਨਰੇਟ ਕਰ ਦਿੱਤੀ ਗਈ ਹੈ। ਕੋਈ ਕੰਸਲਟੈਂਟ ਕਹਿ ਰਿਹਾ 6 ਇੰਚ ਤੋਂ ਥੱਲੇ ਵੀਜ਼ਾ ਨਹੀਂ ਆਉਂਦਾ, ਕੋਈ ਕੰਸਲਟੈਂਟ ਇਹ ਵੀ ਕਹਿ ਰਿਹਾ ਕਿ ਵਿਦਆਊਟ ਆਇਲਸ ਵੀ ਵੀਜ਼ਾ ਆਉਂਦਾ। ਮੇਰੇ ਕੋਲ 1-2 ਸਟੂਡੈਂਟ ਪਰਸਨਲੀ ਸੈਪਟੈਂਬਰ ਦੇ ਵਿੱਚ ਰਿਫਿਊਜ਼ਲ ਲੈ ਕੇ ਮਿਲੇ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਸਾਨੂੰ ਕਮਿਟਮੈਂਟ ਕਰ ਦਿੱਤੀ ਗਈ ਸੀ ਕਿ ਵਿਦਆਊਟ ਆਇਲਸ ਵੀਜ਼ਾ ਆ ਜਾਂਦਾ। ਇਸ ਸਟੂਡੈਂਟ ਦਾ ਵੀਜ਼ਾ ਆ ਗਿਆ ਬਟ ਉਹਨੂੰ ਪ੍ਰੈਕਟੀਕਲੀ ਕਿਸੇ ਨੇ ਨਹੀਂ ਦੇਖਿਆ, ਰਾਈਟ। ਸੋ ਇੱਥੇ ਆ ਕੇ ਜਿਹੜੀ ਮਿਸਕਨਸੈਪਸ਼ਨ ਹੈ ਨਾ, ਇਹ ਸਟੂਡੈਂਟ ਨੂੰ ਜ਼ਿਆਦਾ ਮੋਲਡ ਕਰ ਰਹੀ ਹੈ ਟੂਵਰਡਸ ਆਫਰ ਲੈਟਰ। ਮੈਂ ਇੱਥੇ ਕਲੀਅਰ ਕਰ ਦਿੰਦਾ, ਆਫਰ ਲੈਟਰ ਇਜ਼ ਨਾਟ ਅ ਵੀਜ਼ਾ। ਸਟੂਡੈਂਟ ਮੇਰੇ ਕੋਲ ਆਉਂਦੇ ਨੇ, ਉਹ ਕਹਿੰਦੇ ਜੀ ਮੈਂ ਤਾਂ ਇਸ ਕਾਲਜ 'ਚ ਹੀ ਜਾਣਾ, ਮੈਂ ਇਸ ਪ੍ਰੋਗਰਾਮ 'ਚ ਹੀ ਜਾਣਾ, ਮੈਂ ਇਸ ਸਿਟੀ 'ਚ ਹੀ ਜਾਣਾ, ਮੈਂ ਇਸ ਪ੍ਰੋਵਿੰਸ 'ਚ ਹੀ ਜਾਣਾ, ਉੱਥੋਂ ਦੀ ਆਫਰ ਲੈਟਰ ਲੈ ਦਿਓ। ਦੀਪਕ ਜੀ, ਤੁਸੀਂ ਵੀ ਇਹ ਸਟੇਟਮੈਂਟ ਸੁਣਦੇ ਹੋਗੇ ਕਿ ਇੱਥੋਂ ਦੀ ਆਫਰ ਲੈਟਰ ਲੈ ਦਿਓ। ਕੋਈ ਵੀ ਆ ਕੇ ਸਟੂਡੈਂਟ ਨਾ, ਸਿਰਫ 10-15-20% ਸਟੂਡੈਂਟ ਆ ਕੇ ਮਿਲਦੇ ਨੇ ਜਿਹੜੇ ਕਹਿੰਦੇ ਨੇ ਭਾਜੀ ਸਾਡੇ ਨਾਲ ਪ੍ਰੋਸੈਸ ਉਹਦੀ ਗੱਲ ਕਰਿਓ ਜਿਹਦੇ ਨਾਲ ਸਾਨੂੰ ਵੀਜ਼ਾ ਆਵੇ, ਨਹੀਂ ਤਾਂ 80% ਸਟੂਡੈਂਟ ਕੀ ਗੱਲ ਕਰਦਾ, ਸਰ ਮੈਨੂੰ ਆਫਰ ਲੈਟਰ ਲੈ ਦਿਓ। ਆਫਰ ਲੈਟਰ ਇਜ਼ ਨਾਟ ਅ ਵੀਜ਼ਾ। ਦਿਸ ਇਜ਼ ਦਾ ਓਨਲੀ ਰੀਜ਼ਨ ਕਿ ਆਪਾਂ ਬਹੁਤ ਅਨਸਰਟੇਨਿਟੀ ਦੇਖਦੇ ਹਾਂ ਕੈਨੇਡਾ ਦੇ ਰਿਜ਼ਲਟਸ ਦੇ ਵਿੱਚ। ਕਈ ਜਗ੍ਹਾ 'ਤੇ ਦੇਖਦੇ ਹਾਂ ਕਿ ਬਹੁਤ ਬਰਾਈਟ ਪ੍ਰੋਫਾਈਲ ਜਿਹੜੇ ਨੇ ਰਿਜੈਕਟ ਹੋ ਰਹੇ ਨੇ, ਕਈ ਜਗ੍ਹਾ 'ਤੇ ਦੇਖਦੇ ਹਾਂ ਐਵਰੇਜ ਔਰ ਵੀਕ ਪ੍ਰੋਫਾਈਲ ਜਿਹੜੇ ਨੇ ਉਹ ਅਪਰੂਵ ਹੋ ਰਹੇ ਨੇ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹੀ ਹੈ ਕਿ ਫੋਕਸ ਕਿਹੜਾ, ਆਫਰ ਲੈਟਰ ਦੇ ਉੱਤੇ, ਵੀਜ਼ਾ ਦੇ ਉੱਤੇ ਨਹੀਂ। ਹੁਣ ਇਹਦੇ ਵਿੱਚ ਨਾ ਦੀਪਕ ਜੀ ਅਲੱਗ-ਅਲੱਗ ਸੈਗਮੈਂਟ ਆਫ ਸਟੂਡੈਂਟ ਆਉਂਦੇ ਆ। ਕੁਝ SDS ਕੈਟਾਗਰੀ ਦੇ ਨੇ, ਕੁਝ ਨਾਨ SDS ਕੈਟਾਗਰੀ। ਜਿਵੇਂ ਆਪਾਂ ਅੱਜ ਗੱਲ ਕਰ ਰਹੇ ਹਾਂ ਪੀਟੀ ਪਲੱਸ ਗੈਪ। ਬਿਲਕੁਲ। ਹੁਣ ਜਦੋਂ ਨਾਨ SDS ਦੀ ਗੱਲ ਕੀਤੀ ਜਾਂਦੀ ਹੈ, ਅੱਜ ਸਪੈਸੀਫਿਕਲੀ ਅੱਜ ਆਪਾਂ ਐਡਰੈਸ ਕਰਾਂਗੇ PTE ਵਾਲੇ ਸਟੂਡੈਂਟਸ ਨੂੰ ਪਲੱਸ ਗੈਪ। ਇਹ ਦੋਨੋਂ ਟਰਮਸ ਦੀਪਕ ਜੀ ਡਿਫਰੈਂਟ ਹੈ। ਫਸਟ ਆਫ ਆਲ ਆਪਾਂ ਇਹਨਾਂ ਨੂੰ ਦੋਨਾਂ ਨੂੰ ਅਲੱਗ ਕਰਦੇ ਹਾਂ ਔਰ ਇੱਕ ਕਰਕੇ ਉਹਦੇ ਉੱਤੇ ਕਲੈਰਿਟੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। PTE ਕੀ ਹੈ? ਇਹ ਇੱਕ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮ ਹੈ। ਇਹ ਕਿਉਂ ਕੰਡਕਟ ਕੀਤਾ ਜਾ ਰਿਹਾ? ਕਿਉਂਕਿ ਤੁਸੀਂ ਇੱਕ ਨਾਨ ਇੰਗਲਿਸ਼ ਸਪੀਕਿੰਗ ਕੰਟਰੀ ਤੋਂ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਟੈਂਪਰੇਰੀ ਬੇਸਿਸ ਦੇ ਉੱਤੇ ਮਾਈਗ੍ਰੇਟ ਹੋ ਰਹੇ ਹੋ, ਇਮੀਗ੍ਰੇਟ ਹੋ ਰਹੇ ਹੋ। ਔਰ ਕਿਹੜੇ ਪਰਪਸ ਲਈ ਹੋ ਰਹੇ ਹੋ? ਸਿਰਫ ਸਟੱਡੀ ਦੇ ਪਰਪਸ ਲਈ। ਸੋ ਉਸ ਚੀਜ਼ ਦੀ ਪ੍ਰੋਫੀਸ਼ੀਐਂਸੀ ਨੂੰ, ਉਸ ਚੀਜ਼ ਦੀ ਕ੍ਰੈਡੀਬਿਲਿਟੀ ਨੂੰ ਅਸੈਸ ਕਰਨ ਦੇ ਲਈ ਇਹ ਐਗਜ਼ਾਮ ਰੱਖਿਆ ਗਿਆ। ਹੁਣ ਗੱਲ ਆਉਂਦੀ ਹੈ PTE ਦੀ ਕਨਫਿਊਜ਼ਨ ਕਿੱਥੇ ਹੈ। ਜਦੋਂ ਵੀ ਦੀਪਕ ਜੀ ਮੈਂ ਡੇਲੀ ਬੇਸਿਸ ਦੇ ਉੱਤੇ ਸਟੂਡੈਂਟਸ ਨੂੰ ਮਿਲਦਾ ਰਹਿੰਦਾ, ਅਲੱਗ-ਅਲੱਗ ਸ਼ਹਿਰਾਂ 'ਚ ਜਾ ਕੇ ਮਿਲਦਾ, ਤਾਂ ਕਿ ਮੈਨੂੰ ਜੋਗ੍ਰਾਫੀਕਲ ਲੋਕੇਸ਼ਨ ਦੇ ਉੱਤੇ ਵੀ ਇੱਕ ਐਕਸਪੀਰੀਅੰਸ ਮਿਲੇ ਕਿ ਕਿਸ ਏਰੀਆ 'ਚ ਕਿੱਦਾਂ ਦੀ ਸੋਚ ਲੋਕ ਰੱਖਦੇ ਨੇ। ਕਿਉਂਕਿ ਇਹ ਬਹੁਤ ਫਰਕ ਪੈਂਦਾ ਵੀ ਇੱਕ ਏਰੀਆ ਦੇ ਵਿੱਚ ਜਿਹੜਾ ਪ੍ਰਮੋਸ਼ਨ ਕਿਸ ਤਰੀਕੇ ਦੀ ਕੀਤੀ ਜਾ ਰਹੀ ਹੈ, ਉੱਥੇ ਇਨਫੋਰਮੇਸ਼ਨ ਕਿੱਦਾਂ ਦੀ ਡਿਲੀਵਰ ਕੀਤੀ ਜਾ ਰਹੀ ਹੈ। ਸੋ ਕੁਐਸਚਨਿੰਗ ਵੀ ਉੱਦਾਂ ਦੀ ਮਿਲਦੀ ਹੈ। ਸੋ ਉਹਦੇ 'ਚ ਨਾ ਮੋਸਟਲੀ ਜਦੋਂ PTE ਵਾਲੇ ਸਟੂਡੈਂਟ ਨੂੰ ਮਿਲਦੇ, ਜਦੋਂ ਉਹਨਾਂ ਨਾਲ ਗੱਲ ਕਰੋ ਨਾ ਵੀ ਤੁਸੀਂ ਕਿਹੜਾ ਟੈਸਟ ਕੀਤਾ, ਉਹ ਕਹਿੰਦੇ ਜੀ PTE ਕੀਤਾ। ਜੇ ਉਹਨਾਂ ਨੂੰ ਸਕੋਰ ਪੁੱਛੋ ਕਹਿਣਗੇ ਜੀ 6 ਓਵਰਆਲ ਨਾਟ ਲੈਸ ਦੈਨ 5.5 ਕੀਤਾ ਉਹਨਾਂ ਨੇ PTE ਹੈ। ਮੈਂ ਵੀ ਸੁਣਿਆ PTE ਵਾਲੇ ਸਟੂਡੈਂਟਸ ਨੂੰ ਪੁੱਛਦੇ ਆ ਤਾਂ ਮੈਂ ਪਹਿਲਾਂ ਹੈਰਾਨ ਰਹਿ ਗਿਆ, ਸ਼ਾਇਦ ਮੈਨੂੰ ਨਾ ਪਤਾ ਹੋਵੇ, PTE ਨੇ ਸਿਸਟਮ ਬਦਲਤਾ ਹੋਵੇ। ਉਹਨਾਂ ਨੇ ਮੈਨੂੰ ਵੀ ਇਸੇ ਤਰੀਕੇ ਨਾਲ ਦੱਸਿਆ। ਬਿਲਕੁਲ, ਕਿਉਂਕਿ ਸ਼ਾਇਦ ਕੰਸਲਟੈਂਟ ਇਕੁਇਵਲੈਂਸੀ ਉਹਨਾਂ ਦੇ ਦਿਮਾਗ 'ਚ ਇੰਨੀ ਪਾ ਦਿੰਦੇ ਨੇ ਕਿ ਉਹ ਭੁੱਲ ਹੀ ਜਾਂਦੇ ਨੇ ਉਹਦਾ 54 ਹੈ, 56 ਹੈ ਜਾਂ ਕਿੰਨਾ। ਬੈਂਡ ਦੀ ਲੈਂਗੁਏਜ 'ਚ ਗੱਲ ਕਰਦੇ, ਗੱਲ ਉਹ PTE ਦੀ ਕਰ ਰਹੇ ਨੇ, ਬੈਂਡ ਉਹ ਤੁਹਾਨੂੰ ਆਇਲਸ ਦੇ ਦੱਸ ਰਹੇ ਨੇ। ਹੁਣ ਜਦੋਂ PTE ਦੇ ਬਿਹਾਫ 'ਤੇ ਆਪਾਂ ਅਪਲਾਈ ਕਰਦੇ ਹਾਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਕਿਸੇ ਵੀ ਲੈਵਲ ਦੇ ਵਿੱਚ, ਤਾਂ ਉਹਦੇ 'ਚ ਨਾ ਇੱਕ ਸਪੈਸੀਫਿਕ ਰਿਕੁਆਇਰਮੈਂਟ ਹੁੰਦੀ ਹੈ PTE ਦੇ ਸਕੋਰਸ ਨੂੰ ਲੈ ਕੇ। ਉਹ PTE ਦੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਉਹ ਤੁਹਾਡੀਆਂ ਮੈਚ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕਰੰਟ ਸਕੋਰ ਦੇ ਨਾਲ। ਅਗਰ ਉਹ ਮੈਚ ਕਰ ਰਹੀਆਂ ਨੇ ਤਾਂ PTE ਦੇ ਉੱਤੇ ਵੀ ਵੀਜ਼ਾ ਆਉਂਦਾ ਹੈ। ਹੁਣ ਗੱਲ ਆਉਂਦੀ ਹੈ ਗੈਪ ਦੀ।
ਗੈਪ ਵਾਲਾ ਸਟੂਡੈਂਟ ਸਭ ਤੋਂ ਜ਼ਿਆਦਾ ਕਨਫਿਊਜ਼ਡ ਹੈ। ਉਹਨੂੰ ਇੱਕ ਚੀਜ਼ ਸਮਝਾ ਦਿੱਤੀ ਗਈ ਹੈ, ਗੈਪ ਜਿਹੜਾ ਅਸੈਪਟਡ ਹੈ। ਉਹ ਕਹਿੰਦਾ ਜੀ ਮੇਰਾ ਤਾਂ 2 ਸਾਲ ਦਾ ਹੈ, ਮੇਰਾ 3 ਸਾਲ ਦਾ ਗੈਪ ਅਸੈਪਟਡ ਹੈ, ਮੈਂ ਕੁਛ ਨਹੀਂ ਲਾਉਣਾ, ਮੇਰਾ ਫਾਇਦਾ ਇੱਥੇ ਲਾ ਦਿਓ। ਗੈਪ 10 ਸਾਲ ਤੱਕ ਦਾ ਦੀਪਕ ਜੀ ਅਸੈਪਟਡ ਹੈ, ਬਟ ਉਹ ਜਸਟੀਫਾਈਡ ਮੈਨਰ ਦੇ ਵਿੱਚ। ਹੁਣ ਉਹਦੀ ਜਸਟੀਫਿਕੇਸ਼ਨ ਕਿੱਦਾਂ ਕੀ ਹੈ? ਮੈਂ ਇੱਕ ਦੀਪਕ ਜੀ ਕਨਸੈਪਟ ਇਹ ਦੇਖਦਾ ਹੁੰਦਾ, ਕੁਝ ਬੀਟੈਕ ਸਟੂਡੈਂਟ ਹੁੰਦੇ ਨੇ, ਕਿਸੇ ਨੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੈ, ਉਹ ਅੱਗੇ ਗ੍ਰੈਜੂਏਟ ਡਿਪਲੋਮਾ ਕੰਪਿਊਟਰਸ ਦੇ ਵਿੱਚ ਹੀ ਲਾ ਰਿਹਾ, ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਲਾ ਰਿਹਾ, ਤੇ ਉਹਦਾ 3 ਸਾਲ 4 ਸਾਲ ਦਾ ਗੈਪ ਹੈ। ਉਹ ਐਕਸਪੀਰੀਅੰਸ ਪਤਾ ਕੀ ਲਾ ਰਿਹਾ? ਕੰਪਿਊਟਰ ਆਪਰੇਟਰ। ਬੀਇੰਗ ਅ ਸੌਫਟਵੇਅਰ ਇੰਜੀਨੀਅਰ ਗੋਇੰਗ ਇਨਟੂ ਅ ਸੌਫਟਵੇਅਰ ਡਿਵੈਲਪਮੈਂਟ ਪ੍ਰੋਗਰਾਮ ਔਰ ਕੰਪਿਊਟਰ ਆਪਰੇਟਰ ਕੀ ਹੈ? ਉਹ ਇੱਕ ਰॉ ਡਾਟੇ ਨੂੰ ਐਕਸਲ ਸ਼ੀਟ ਦੇ ਵਿੱਚ ਕਨਵਰਟ ਕਰ ਰਿਹਾ। ਦਿਸ ਇਜ਼ ਨਾਟ ਅ ਗੈਪ ਜਸਟੀਫਿਕੇਸ਼ਨ। ਗੈਪ ਜਸਟੀਫਿਕੇਸ਼ਨ ਇੱਦਾਂ ਹੋਣੀ ਚਾਹੀਦੀ ਹੈ, ਕੋਈ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰੇ, ਕਨੈਕਟ ਕਰੇ ਤੁਹਾਡੀਆਂ ਪ੍ਰੀਵੀਅਸ ਅਕੈਡਮਿਕ ਔਰ ਪ੍ਰਪੋਜ਼ਡ ਸਟੱਡੀਜ਼ ਨੂੰ, ਜਿਹਦੇ ਵਿੱਚ ਇੱਕ ਮੋਟੀਵੇਸ਼ਨਲ ਫੈਕਟਰ ਡਿਵੈਲਪ ਕੀਤਾ ਜਾਵੇ ਕਿ ਮੈਂ ਆਪਣੀ ਐਜੂਕੇਸ਼ਨ ਰੀਕੰਟੀਨਿਊ ਕਿਉਂ ਕਰ ਰਿਹਾ, ਔਰ ਸਪੈਸ਼ਲੀ ਕੈਨੇਡਾ 'ਚ ਕਿਉਂ ਕਰ ਰਿਹਾ, ਔਰ ਇਹਦੇ ਪਿੱਛੇ ਮੇਰਾ ਕੀ ਇੰਟਰਸਟ ਹੈ, ਐਕੈਡੈਮਿਕ ਪੁਆਇੰਟ ਐਜ਼ ਵੈਲ ਐਜ਼ ਪ੍ਰੋਫੈਸ਼ਨਲ ਪੁਆਇੰਟ। ਸੋ ਇਹ ਦੋਨਾਂ ਚੀਜ਼ਾਂ ਨੂੰ ਐਸਪੈਕਟ ਨੂੰ ਰੱਖ ਕੇ ਅਗਰ ਤੁਸੀਂ ਪੀਟੀ ਦੇ ਨਾਲ ਚੱਲ ਰਹੇ ਹੋ, ਗੈਪ ਵੀ ਤੁਹਾਡਾ ਹੈਗਾ, ਕੰਪਲੀਟ ਰੈਲੇਵੈਂਸੀ ਫੈਕਟਰ ਨੂੰ ਤੁਸੀਂ ਕੰਪਲੀਟਲੀ ਜਸਟੀਫਾਈ ਕਰ ਰਹੇ ਹੋ, ਤਾਂ ਵੀਜ਼ਾ ਦੀਪਕ ਜੀ ਉੱਥੇ ਵੀ ਆਉਂਦਾ। ਸੋ ਦੋਸਤੋ, ਕਿਤੇ ਨਾ ਕਿਤੇ ਕਨਸੈਪਟ 'ਚ ਕਲੈਰਿਟੀ ਦੀ ਕਮੀ ਹੈ। ਪੀਟੀਈ ਨੂੰ ਸਟੂਡੈਂਟ ਬੈਂਡ ਦੀ ਲੈਂਗੁਏਜ ਦੇ ਵਿੱਚ ਡਿਫਾਈਨ ਕਰਦੇ ਆ। ਪੀਟੀਈ ਦੇ ਸਕੋਰ ਜਿਹੜੇ ਆ ਉਹ ਕੋਰਸ ਟੂ ਕੋਰਸ ਵੇਰੀ ਕਰਦੇ ਆ, ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਤੇ ਜਿਹੜਾ ਗੈਪ ਦਾ ਵੀ ਇੱਕ ਕਨਸੈਪਟ ਹੈ, ਉਹਨੂੰ ਵੀ ਗਹਿਰਾਈ 'ਚ ਨਹੀਂ ਸਮਝਦੇ। ਗੈਪ ਤੁਹਾਡਾ ਜਿਹੜਾ ਹੈਗਾ, ਚਾਹੇ ਉਹ 2 ਸਾਲ ਦਾ ਚਾਹੇ 4 ਸਾਲ ਦਾ, ਉਹਨੂੰ ਵੀਜ਼ਾ ਆਫਿਸਰ ਕਿਸ ਨਜ਼ਰ ਨਾਲ ਦੇਖੂਗਾ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਉਦੋਂ ਹੀ ਸਮਝ ਲੱਗਣਗੀਆਂ ਜਦੋਂ ਤੁਸੀਂ ਖੁਦ ਇੱਕ ਲੈਵਲ ਤੱਕ ਐਕਸਪਰਟ ਬਣਨ ਦੀ ਕੋਸ਼ਿਸ਼ ਕਰੋਗੇ। ਥੋੜੀ ਬਹੁਤ ਸਟੱਡੀ ਤੁਹਾਨੂੰ ਆਪ ਕਰਨੀ ਪੈਣੀ ਹੈ ਤਾਂ ਕਿ ਤੁਹਾਨੂੰ ਕੋਈ ਮਿਸਗਾਈਡ ਨਾ ਕਰ ਸਕੇ। ਧੰਨਵਾਦ। ਥੈਂਕ ਯੂ ਜੀ।